ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ, ਪੰਕਜ ਬੰਧਨ ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਸ੍ਰੀ ਹਰਿਗੋਬਿੰਦ ਅਸਨ ਅਚਵਕਰ। ਠਾਨ ਦੁਪਹਿਰੇ ਮਹਿ ਵਿਸਰਾਮ। ਸਵਾ ਜਾਮ ਦਿਨ ਰਹੇ ਉਠੇ। ਜਬ ਭਏ ਸੁਚੇਤ ਗੁਰੂ ਅਬਿਰਾਮ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਗੋਬਿੰਦ ਅਸਨ ਅਚਵਕਾਰ। ਠਾਣ ਦੁਪਹਿਰੇ ਮਹਿ ਬਿਸਰਾਮ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੰਗ ਜਿੱਤਣ ਤੋਂ ਬਾਅਦ 8 ਦਿਨ ਉੱਥੇ ਰਹਿਣ ਤੋਂ ਬਾਅਦ ਮਹਾਰਾਜ ਪਿੰਡ ਤੋਂ ਚੱਲੇ ਨੇ ਨਿਥਾਣੇ ਪਿੰਡ ਪਹੁੰਚੇ ਨੇ, ਜਿੱਥੇ ਗੁਰੂ ਸਾਹਿਬ ਜੀ ਨੇ ਪਹਿਲੋਂ ਇੱਕ ਸਿੱਖ ਨੂੰ ਭੇਜਿਆ ਕਿ ਉੱਥੇ ਇੱਕ ਨਾਥ ਰਹਿੰਦਾ ਹੈ ਜਿਹਦਾ ਨਾਂ ਕਾਲੂ ਨਾਥ ਹੈ। ਉਹਨੂੰ ਨਿਥਾਣੇ ਵਾਲਾ ਕਾਲੂ ਨਾਥ ਕਿਹਾ ਜਾਂਦਾ ਹੈ ਕਿ ਜਾ ਕੇ ਪਹਿਲੋਂ ਉਹਦੀ ਪਰਖ ਕਰੋ, ਉਹਦੇ ਕੋਲ ਕੁਛ ਹੈ ਵੀ, ਅਤੇ ਦੂਜੀ ਗੱਲ ਸਾਡੇ ਉੱਥੇ ਆਉਣ ਦੀ ਉਹਨੂੰ ਸੁੱਧ ਦਿਓ। ਗੁਰੂ ਦਾ ਸਿੱਖ ਗਿਆ ਔਰ ਜਾਂਦਿਆਂ ਰਾਹ ਦੇ ਵਿੱਚ ਸਿੱਖ ਨੇ ਮਨ ਦੇ ਵਿੱਚ ਇੱਕ ਫੁਰਨਾ ਧਾਰਨ ਕੀਤਾ ਕਿ ਜੇ ਸੱਚਮੁੱਚ ਹੀ ਉਹ ਕੁਝ ਜਾਣਦਾ ਹੈ ਅਤੇ ਬਿਨਾਂ ਮੰਗੇ ਤੋਂ ਜੇ ਨਾਥ ਕਿਤੇ ਮੈਨੂੰ ਗੋਰੀ ਗਾਂ ਦਾ ਦੁੱਧ ਚੋ ਕੇ ਪਿਆ ਦੇਣਾ, ਕਿਉਂਕਿ ਸਮਾਂ ਵੀ ਭੁੱਖ ਦਾ ਸੀ, ਇੱਛਾ ਵੀ ਕੀਤੀ ਕਿ ਦੁੱਧ ਛਕਣਾ ਹੈ। ਔਰ ਇਸੇ ਤਰ੍ਹਾਂ ਹੋਇਆ। ਕਾਲੂ ਨਾਥ ਨੇ ਸਿੱਖ ਨੂੰ ਬਿਠਾਇਆ, ਬਿਨਾਂ ਦੱਸਣ ਤੋਂ ਜਾਂਦਿਆਂ ਨਾਲ ਪੁੱਛਦਾ, ਆ ਗੁਰੂ ਕੇ ਸਿੱਖਾ ਜੰਗ ਜਿੱਤਾ ਏ ਹੋ? ਗੁਰੂ ਸਾਹਿਬ ਜੀ ਆਉਂਦੇ ਨੇ, ਬਚਨ ਬਨਾਸ ਕੀਤੇ, ਕੋਲ ਬਿਠਾਇਆ, ਦੁੱਧ ਗਰਮ ਕਰਕੇ ਦਿੱਤਾ ਅਤੇ ਕਹਿੰਦੇ ਗੋਰੀ ਗਾਂ ਦਾ ਦੁੱਧ ਹੈ। ਕਾਲੂ ਨਾਥ ਕਹਿੰਦਾ ਮੈਂ ਆਪ ਚੋ ਕੇ ਲਿਆਇਆ, ਇਹ ਛਕਣਾ ਚਾਹੁੰਦਾ ਸਨ। ਹੁਣ ਇਹ ਵੇਖ ਕੇ ਸਿੱਖ ਸਮਝ ਗਿਆ ਕਿ ਇਹਦੇ ਕੋਲ ਕਰਾਮਾਤਾਂ ਤੇ ਹੈ। ਸਿੱਖ ਨੇ ਦੱਸਿਆ ਕਿ ਸਤਿਗੁਰੂ ਜੀ ਆਉਂਦੇ ਨੇ, ਆਪ ਜੀ ਨੂੰ ਮਿਲਣਾ ਚਾਹੁੰਦੇ, ਜੇ ਮਿਲਣਾ ਹੋਵੇ ਤਾਂ ਸਤਿਗੁਰੂ ਜੀ ਨੂੰ ਆ ਕੇ ਮਿਲਿਓ। ਇੱਧਰ ਸਤਿਗੁਰੂ ਜੀ ਨੇ ਨਿਥਾਣੇ ਪਿੰਡ ਦੇ ਬਾਹਰ ਆ ਕੇ ਡੇਰਾ ਕੀਤਾ। ਦੁਪਹਿਰ ਦਾ ਥੋੜ੍ਹਾ ਬਹੁਤ ਜੋ ਲੰਗਰ ਛਕਣਾ ਸੀ ਉਹ ਛਕਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਗਰ ਛਕ ਕੇ ਦੁਪਹਿਰ ਦੇ ਸਮੇਂ ਆਰਾਮ ਕਰਦੇ ਨੇ। ਅਤੇ ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸਵਾ ਜਾਮ ਦਿਨ ਰਹੇ ਉਠੇ ਜਬ ਭਏ ਸੁਚੇਤ ਗੁਰੂ ਅਬਿਰਾਮ। ਕਿ ਦਿਨ ਦਾ ਜਦੋਂ ਸਵਾ ਪੈਰ ਬਾਕੀ ਰਹਿ ਗਿਆ, ਗੁਰੂ ਸਾਹਿਬ ਜੀ ਉੱਠ ਕੇ ਸੁਚੇਤ ਹੋਏ। ਸੁਚੇਤ ਹੋ ਕੇ ਸ਼ਸਤਰ ਬਸਤਰ ਸਜਾਏ ਨੇ। ਸੁੰਦਰ ਫਰਸ਼ ਅਨੇਕ ਬਰਨ ਕੇ ਡਸੇ ਮਖਮਲੀ ਦੇਹ ਤਮਾਮ।
ਉਹਨੇ ਨੂੰ ਗੁਰੂ ਕੇ ਸਿੱਖਾਂ ਨੇ ਦੀਵਾਨ ਦੀ ਤਿਆਰੀ ਕੀਤੀ। ਸੋਹਣੇ ਮਖਮਲੀ ਫਰਸ਼ ਵਿਛਾਏ ਜਿੱਥੇ ਗੁਰੂ ਸਾਹਿਬ ਜੀ ਬਹਿੰਦੇ ਸਨ। ਗੁਰਸਿੱਖ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਸੇਵਾ ਕਰਦੇ ਸਨ। ਇਸ ਕਰਕੇ ਵਿਛਾਈ ਜਿਹੜੀ ਬੜੀ ਖਿੱਚ ਕੇ, ਕਿਸੇ ਤਰ੍ਹਾਂ ਦਾ ਕੋਈ ਵੱਟ ਨਹੀਂ ਸਨ ਪੈਣ ਦਿੱਤੇ। ਮਖਮਲੀ ਸੋਹਣੀ ਵਿਛਾਈ ਕੀਤੀ ਗਈ। ਚਾਰ ਔਰ ਜਿਸ ਸ਼ੋਰ ਜਰੀ ਕੇ, ਮੁਗਤਾ ਜਟਤ ਜਹਾਂ ਸਭ ਧਾਮ। ਕਹਿੰਦੇ ਉੱਥੇ ਕਈ ਤਰ੍ਹਾਂ ਦੇ ਫਰਸ਼ ਵਿਛਾਏ, ਜਿਹੜਾ ਚੰਦੋਆ ਤਾਣਿਆ, ਉਹਦੀਆਂ ਝਾਲੜਾਂ ਬੜੀਆਂ ਸੋਹਣੀਆਂ ਨੇ। ਅਸ ਗਾਦੇ ਡਸ ਰੁਚਰ ਫਰਸ਼ ਪਰ, ਉਪਾਦਾਨ ਦੀਰਘ ਤਰਧੀਨ। ਗੁਰੂ ਕੇ ਸਿੱਖਾਂ ਨੇ ਪਿਆਰ ਵਿੱਚ ਆ ਕੇ ਜਿੱਥੇ ਸੋਹਣੇ ਫਰਸ਼ ਵਿਛਾਏ ਗੁਰੂ ਸਾਹਿਬ ਜੀ ਲਈ, ਸਿੱਖ ਸੰਗਤਾਂ ਲਈ, ਉੱਥੇ ਸਤਿਗੁਰੂ ਜੀ ਵਾਸਤੇ ਸੋਹਣਾ ਫਰਸ਼ ਵਿਛਾ ਕੇ ਇੱਕ ਸੋਹਣਾ ਸਰਾਣਾ ਰੱਖਿਆ ਹੈ। ਕਰਕਤ ਦੋਹੇ ਦਿਸ ਮੁਕਤਾ ਕੁਸ਼ਣ, ਬਹੁਤ ਮੋਲ ਕੇ ਰਚੋ ਨਵੀਨ। ਅਤੇ ਜਿਹੜੇ ਗੁਰੂ ਸਾਹਿਬ ਜੀ ਦੇ ਬਿਰਾਜਮਾਨ ਹੋਣ ਵਾਸਤੇ ਪਿੱਛੇ ਸਰਾਣੇ ਰੱਖੇ ਸਨ। ਸਰਾਣਿਆਂ ਨੂੰ ਬੜੀਆਂ ਸੋਹਣੀਆਂ ਝਾਲਰਾਂ ਲੱਗੀਆਂ ਹੋਈਆਂ ਨੇ। ਬੈਠੇ ਬੈਠ ਬਿਰਾਜਤ ਪੇ ਸ੍ਰੀ ਸਤਿਗੁਰ, ਚਮਰਦਾਰ ਤਬ ਚਾਮਰ ਕੀਨ। ਸਤਿਗੁਰੂ ਜੀ ਹੁਣ ਜਦੋਂ ਸ਼ਾਮ ਵੇਲੇ ਪਿੰਡ ਨਥਾਣੇ ਦੇ ਬਾਹਰ ਦੀਵਾਨ ਸਜਾ ਕੇ ਬੈਠ ਗਏ ਨੇ। ਗੁਰੂ ਕੇ ਸਿੱਖ ਪਿਆਰ ਦੇ ਨਾਲ ਸਤਿਗੁਰੂ ਜੀ ਉੱਤੇ ਚੌਰ ਸਾਹਿਬ ਦੀ ਸੇਵਾ ਕਰਦੇ ਨੇ। ਗਾਵਣ ਲੱਗੇ ਰਵਾਬੇ ਗਰਾਗਣ, ਸ੍ਰੀ ਗੁਰ ਸ਼ਬਦ ਸਾਤ ਰਸ ਪੀਨ। ਤੇ ਰਵਾਬੇ ਸਿੱਖ ਰਸ ਦੇ ਵਿੱਚ ਭਿੱਜ ਗਏ, ਰਾਗਾਂ ਦੇ ਵਿੱਚ ਸ਼ਬਦਾਂ ਦਾ ਕੀਰਤਨ ਕਰਦੇ ਨੇ। ਸਤਿਗੁਰੂ ਜੀ ਇਸ ਰਸ ਨੂੰ ਚੱਖ ਰਹੇ ਨੇ, ਗੁਰੂ ਕੇ ਸਿੱਖ ਇਸ ਰਸ ਨੂੰ ਚੱਖ ਰਹੇ ਨੇ। ਸਿੱਖ ਜੋਦਾ ਗਾਨ ਜੋਧ ਸਹਿਤ ਮਿਲ, ਦਰਸੇ ਨਮੋ ਕਰੇ ਸਮੁਦਾਏ। ਰਾਏ ਜੋਧ ਵੀ ਆਇਆ, ਰਾਏ ਜੋਧ ਦੇ ਸੈਨਿਕ ਵੀ ਨਾਲ ਆਏ। ਸਭ ਨੇ ਦੀਵਾਨ ਵਿੱਚ ਆ ਕੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਜਥਾ ਉਚਿਤ ਕਰ ਸਭਾ ਸੋ ਬੈਠੇ, ਸ੍ਰੀ ਹਰਗੋਬਿੰਦ ਵਿੱਚ ਸੁਹਾਏ। ਜਥਾ ਜੋਗ ਜਿੱਥੇ ਜਿੱਥੇ ਕਿਸੇ ਨੂੰ ਬਿਠਾਉਣਾ ਸੀ, ਰਾਏ ਜੋਧ ਨੂੰ ਉਹਦੀ ਬਣਦੀ ਥਾਂ 'ਤੇ ਬਿਠਾਇਆ। ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਹੋਏ ਨੇ। ਮਨੋ ਸੁਰਨ ਮਹਿ ਸੁਰਪਤ ਦੁਪਮਤ, ਕਿਤੋਂ ਬਿਸਨ ਅਵਣੀ ਪਰ ਆਏ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਉਦਾਹਰਣ ਦਿੱਤੀ ਕਿ ਸਤਿਗੁਰੂ ਜੀ ਸਿੱਖ ਸੰਗਤਾਂ ਦੇ ਵਿੱਚ ਬੈਠੇ ਹੋਏ ਇਸ ਤਰ੍ਹਾਂ ਸੱਜ ਰਹੇ ਸਨ ਜਿਵੇਂ ਦੇਵਤਿਆਂ ਦੇ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਬੈਠਾ ਹੋਏ। ਸੰਗਤ ਸਗਲ ਗ੍ਰਾਮ ਕੀ, ਆਇਵ ਅਣਕ ਅਕੋਰਣ ਕੋ ਅਰ ਪਾਏ। ਨਿਥਾਣੇ ਪਿੰਡ ਦੀ ਜਿੰਨੀ ਸਿੱਖ ਸੰਗਤ ਸੀ ਸਾਰੀ ਆਈ। ਜਥਾ ਜੋਗ ਸਾਰਿਆਂ ਨੇ ਭੇਟਾਵਾਂ ਅਰਪਣ ਕੀਤੀਆਂ। ਜੰਗ ਜੇਤ ਕਰ ਸਤਿਗੁਰੇ ਆਏ, ਕਹੇ ਪਰਸ ਪਰ ਗਣ ਨਰ ਨਾਰ। ਨਿਥਾਣੇ ਪਿੰਡ ਦੀਆਂ ਨਾਲੇ ਸੰਗਤਾਂ ਹੁੰਦੀਆਂ ਨੇ, ਦਰਸ਼ਨ ਕਰਦੀਆਂ ਨੇ ਅਤੇ ਨਾਲੇ ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਨੇ ਜਿਵੇਂ ਗੁਰੂ ਸਾਹਿਬ ਜੀ ਨੇ ਇਹ ਤੀਸਰੀ ਜੰਗ ਜਿੱਤੀ ਹੈ। ਚੌਂਪ ਕਰਤ ਚਿਤ ਦਰਸ਼ਨ ਦਰਸੈ, ਧੰਨ ਧੰਨ ਪ੍ਰਭ ਗੁਰ ਜੈਕਾਰ। ਬੜੇ ਚਾਅ ਦੇ ਨਾਲ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਨੇ। ਦਰਸ਼ਨ ਕਰਕੇ ਹਰ ਕਿਸੇ ਦੇ ਅੰਦਰੋਂ ਆਵਾਜ਼ ਨਿਕਲਦੀ, ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ ਦੇ ਜੈਕਾਰੇ ਲੱਗ ਰਹੇ ਨੇ। ਸੁਣ ਕਾਲੂ ਆਗਵਣ ਗੁਰ ਕੋ, ਦਵੈ ਘਟ ਦੁਗਧ ਲਏ ਕਰ ਤਿਆਰ। ਇੱਧਰ ਕਾਲੂ ਨਾਥ ਨੇ ਵੀ ਸੁਣਿਆ ਕਿ ਗੁਰੂ ਸਾਹਿਬ ਜੀ ਪਿੰਡ ਤੋਂ ਬਾਹਰ ਆ ਗਏ ਨੇ। ਉਹਨਾਂ ਨੇ ਬਾਹਰ ਆ ਕੇ ਡੇਰਾ ਕੀਤਾ ਹੈ। ਥੋੜ੍ਹੇ ਸਮੇਂ ਬਾਅਦ ਜਦੋਂ ਸ਼ਾਮ ਦਾ ਸਮਾਂ ਹੋਇਆ, ਇਹਨੇ 2 ਘੜੇ ਦੁੱਧ ਦੇ ਤਿਆਰ ਕੀਤੇ, ਗਾਵਾਂ ਚੋਈਆਂ। 2 ਘੜੇ ਦੁੱਧ ਦੇ ਭਰੇ ਉਹ ਗਰਮ ਕਰਕੇ ਤਿਆਰ ਕਰ ਲਏ। ਇੱਕ ਬਾਲਕ ਕੇ ਸਿਰ ਧਰ ਲਿਆਇਓ, ਏਕ ਉਠਾਏ ਆਪ ਕਰ ਧਾਰ। ਇੱਕ ਘੜਾ ਸੀ ਜਿਹੜਾ ਇਸ ਕਾਲੂ ਨਾਥ ਦੇ ਕੋਲ ਇੱਕ ਬੱਚਾ ਰਹਿੰਦਾ ਸੀ, ਬਾਲਕ। ਔਰ ਸਮਾਂ ਐਸਾ ਹੁੰਦਾ ਸੀ ਕਿ ਇਵੇਂ ਦੇ ਜੋਗੀਆਂ ਕੋਲ, ਨਾਥਾਂ ਕੋਲ ਕਈ ਛੋਟੇ ਬੱਚਿਆਂ ਨੂੰ ਛੱਡ ਦਿੰਦੇ ਸਨ ਕਿ ਇਹ ਵੀ ਯੋਗ ਵਿੱਦਿਆ ਸਿੱਖੇਗਾ, ਇਹ ਵੀ ਨਾਥ ਬਣੇਗਾ। ਛੋਟਾ ਜਿਹਾ ਬਾਲਕ ਇਹਦੇ ਕੋਲ ਰਹਿੰਦਾ ਨੇ। ਬਾਲਕ ਦੇ ਸਿਰ ਉੱਤੇ ਇੱਕ ਘੜਾ ਰੱਖਿਆ
ਇੱਕ ਘੜਾ ਇਸ ਕਾਲੂ ਨਾਥ ਨੇ ਜਿਹੜਾ ਆਪ ਸਿਰ ਉੱਤੇ ਰੱਖ ਲਿਆ। ਆਨ ਗੁਰੂ ਪੱਗ ਮਸਤਕ ਟੇਕਿਓ, ਬੈਠਿਓ ਨਿਕਟ ਜੋਰ ਕਰ ਹਾਥ। ਆ ਕੇ ਦੁੱਧ ਦੇ ਘੜੇ ਸਤਿਗੁਰੂ ਦੇ ਚਰਨਾਂ 'ਚ ਰੱਖੇ ਇੱਕ ਪਾਸੇ। ਬੜੇ ਪਿਆਰ ਤੇ ਸਤਿਕਾਰ ਨਾਲ ਕਾਲੂ ਨਾਥ ਨੇ ਮੱਥਾ ਟੇਕਿਆ। ਨਾਲ ਬਾਲਕ ਸੀ, ਉਹਦੇ ਸਿਰ ਤੋਂ ਵੀ ਘੜਾ ਲਾਇਆ, ਉਹਨੇ ਵੀ ਮੱਥਾ ਟੇਕਿਆ। ਸ੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ ਦੇਖਤ ਕਰਿਓ, ਵਾਕ ਤੇ ਸਾਥ। ਸਤਿਗੁਰੂ ਜੀ ਨੇ ਕਾਲੂ ਨਾਥ ਨੂੰ ਦੇਖਿਆ, ਦੇਖ ਕੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਤੇ ਕਿਰਪਾ ਦੀ ਦ੍ਰਿਸ਼ਟੀ ਕਰਦੇ ਹੋਏ ਕਾਲੂ ਨਾਥ ਨਾਲ ਬਚਨ ਕੀਤੇ। ਕਾਲੇ ਕਾਲ ਮਾਨਤੇ ਮਾਨਵ, ਨਾ ਭਇਓ ਅਬ ਕਾਲੂ ਨਾਥ। ਕਹਿੰਦੇ ਬਹੁਤ ਕਾਲਣਾ ਤੁਸੀਂ ਕਰ ਲਈ ਹੈ, ਤੁਹਾਨੂੰ ਸਾਰੇ ਨਾਥ ਕਰਕੇ ਲੋਕ ਮੰਨਦੇ ਨੇ ਇਲਾਕੇ ਦੇ, ਤੇ ਤੁਹਾਡੀ ਘਾਲਣਾ ਥਾਂ ਪਈ ਹੈ। ਉਹਦੇ ਜਿਹੜੀ ਘਾਲਣਾ ਥਾਂ ਸਾਰਿਆਂ ਦੀ ਪੈਂਦੀ ਨਹੀਂ। ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਕਿ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੇ। ਗਾਉਂਦੇ ਸੁਣਦੇ ਬਹੁਤ ਨੇ, ਪਰ ਥਾਂ ਉਹਨਾਂ ਦੇ ਗਾਉਣਾ ਪੈਂਦਾ ਹੈ, ਸੁਣਨਾ ਥਾਂ ਉਹਨਾਂ ਦੇ ਪੈਂਦਾ ਜਿਹਨੇ ਗੁਰੂ ਦੀ ਆਗਿਆ ਨੂੰ ਮੰਨ ਵੀ ਲਿਆ ਹੈ। ਸਤਿਗੁਰੂ ਕਹਿੰਦੇ ਨੇ ਨਾਥ ਜੀ ਤੁਸੀਂ ਘਾਲਣਾ ਬਹੁਤ ਕਰ ਲਈ ਹੈ, ਇਲਾਕੇ ਦੇ ਲੋਕ ਤੁਹਾਨੂੰ ਨਾਥ ਜੀ ਕਹਿੰਦੇ ਨੇ। ਸ੍ਰੀ ਗੁਰ ਨਹੀਂ ਨਾਥ ਮੋਹਿ ਜਾਨੋ, ਤੁਮਰੋ ਕੂਕਰ ਧਰਪਦ ਮਾਥ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਇਲਾਕੇ ਦੇ ਲੋਕ ਤੁਹਾਨੂੰ ਨਾਥ ਜੀ ਕਹਿੰਦੇ ਨੇ, ਘਾਲਣਾ ਤੁਸੀਂ ਬੜੀ ਕਰ ਲਈ ਹੈ। ਕਾਲੂ ਨਾਥ ਨੇ ਸਤਿਗੁਰੂ ਦੇ ਚਰਨਾਂ 'ਚ ਆਪਣਾ ਸਿਰ ਰੱਖ ਦਿੱਤਾ, ਨਿਮਰਤਾ ਵਿੱਚ ਪੂਰਾ ਆਇਆ। ਨਹੀਂ ਸਤਿਗੁਰੂ ਜੀ ਮੈਂ ਤੁਹਾਡੇ ਵਾਸਤੇ ਨਾਥ ਨਹੀਂ, ਨਾਥ ਨਾ ਸਮਝੋ। ਤੁਮਰੋ ਕੂਕਰ ਧਰਪਦ ਮਾਥ, ਮੱਥਾ ਚਰਨਾਂ 'ਤੇ ਰੱਖ ਕੇ ਕਹਿੰਦੇ ਮੈਂ ਤੇ ਤੁਹਾਡੇ ਦਰ ਦਾ ਕੁੱਤਾ ਹਾਂ। ਉਰੇ ਨਿਮਰਤਾ ਵਾਲਾ ਹੀ ਕਹਿ ਸਕਦਾ, ਅੰਦਰੋਂ ਜਿਹੜਾ ਜੁੜਿਆ ਹੋਵੇ। ਬਾਬਾ ਕਬੀਰ ਜੀ ਦੇ ਬਚਨ ਨੇ ਕਿ ਕੁੱਕਰ ਰਾਮ ਕੋ ਮੁਤੀਆ ਮੇਰੂ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤਹ ਜਾਓ। ਰੱਬ ਜੀ ਮੈਂ ਤੇਰੇ ਦਰ ਦਾ ਕੁੱਤਾ ਹਾਂ। ਤੇ ਕੁੱਕਰ ਦੇ ਉਦਾਹਰਣ ਦਿੰਦੇ ਨੇ, ਕੁੱਕਰ ਦੀ ਫਿਰ ਮਰਜ਼ੀ ਨਹੀਂ ਹੁੰਦੀ, ਮਾਲਕ ਜਿੱਧਰ ਨੂੰ ਲੈ ਜੇ। ਗਲ ਦੇ ਵਿੱਚ ਰੱਸੀ ਪਾਈ ਹੈ, ਹੱਥ 'ਚ ਤੁਹਾਡੇ ਫੜਾਈ ਹੈ। ਨਿਮਰਤਾ ਵਿੱਚ ਕਹਿੰਦਾ ਕਿ ਸਤਿਗੁਰੂ ਜੀ ਮੈਂ ਤੇ ਤੁਹਾਡੇ ਦਰ ਦਾ ਕੁੱਕਰ ਹਾਂ। ਪੁਨੇ ਪ੍ਰਸੰਨ ਹੋਏ ਗੁਰ ਬੋਲੇ, ਬਿਦਤ ਨਾਥ ਤੂੰ ਹੋਏ ਜਹਾਨ। ਸਤਿਗੁਰੂ ਜੀ ਹੋਰ ਪ੍ਰਸੰਨ ਹੋਏ, ਕਿਰਪਾ ਦੇ ਘਰ ਵਿੱਚ ਆ ਕੇ ਮੁਸਕਰਾ ਕੇ ਕਹਿੰਦੇ ਨੇ ਕਿ ਅੱਗੇ ਤੇ ਪਿੰਡ ਦੇ ਲੋਕ ਨਾਥ ਕਹਿੰਦੇ ਸੀ, ਨਾਥ ਜੀ ਤੁਹਾਨੂੰ ਸਾਰਾ ਜਹਾਨ ਜਾਣੇਗਾ। ਇਹ ਸਿੱਖ ਇਤਿਹਾਸ ਜਿਹੜਾ ਪੜ੍ਹੇਗਾ ਸੁਣੇਗਾ ਹਰ ਕੋਈ ਜਾਣੇਗਾ, ਤੁਹਾਡਾ ਨਾਂ ਜਹਾਨ ਵਿੱਚ ਨਾਥ ਕਰਕੇ ਪ੍ਰਗਟ ਹੋਏਗਾ। ਸਭ ਮਾਨੇ ਤੁਮ ਨਾਥ ਜਾਣਕਾਰ, ਕਿਰਪਾ ਗੁਰਨ ਕੀ ਭਈ ਮਹਾਨ। ਸਤਿਗੁਰੂ ਜੀ ਦੀ ਐਡੀ ਮਹਾਨ ਕਿਰਪਾ ਹੋਈ, ਅੱਜ ਤੱਕ ਵੀ ਉਹਨੂੰ ਇਤਿਹਾਸ ਦੇ ਵਿੱਚ ਵੀ ਨਾ ਹੁਣ ਕੱਲਾ ਕਾਲੂ ਨਹੀਂ ਆਇਆ, ਕਾਲੂ ਨਾਥ ਆਇਆ। ਕਾਲੂ ਨਾਥ ਕਰਕੇ ਇਹਨੂੰ ਜਹਾਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨਾਂ ਕਰਕੇ ਪ੍ਰਗਟ ਕੀਤਾ ਗੁਰੂ ਸਾਹਿਬ ਜੀ ਨੇ। ਪੁਨ ਕਾਲੂ ਕਹੈ ਸ੍ਰੀ ਪ੍ਰਭੂ ਸੁਣੀਐ, ਆਪ ਬਖਾਨਤ ਕਿਰਪਾ ਠਾਨ। ਕਾਲੂ ਨਾਥ ਨੇ ਫਿਰ ਹੱਥ ਜੋੜੇ ਤੇ ਨਿਮਰਤਾ ਵਿੱਚ ਕਹਿੰਦੇ ਸਤਿਗੁਰੂ ਜੀ ਇਹ ਤੇ ਤੁਸੀਂ ਕਿਰਪਾ ਕਰਕੇ ਕਹਿੰਦੇ ਹੋ ਨਾ ਕਿ ਸੰਸਾਰ ਦੇ ਵਿੱਚ ਨਾਮ ਨਾਥ ਕਰਕੇ ਪ੍ਰਗਟ ਹੋਏਗਾ। ਇਤੇ ਵਡਾਈ ਉਚਿਤ ਨਹੀਂ, ਮੈਂ ਤੁਮਰੇ ਦਰ ਪਉਰੇ ਕਹੂੰ ਸੁਆਨ। ਸਤਿਗੁਰੂ ਜੀ ਇੰਨੀ ਵਡਿਆਈ ਮੇਰੇ ਲਈ ਉਚਿਤ ਨਹੀਂ, ਇੰਨੀ ਵਡਿਆਈ ਤੇ ਮੈਂ ਯੋਗ ਵੀ ਨਹੀਂ। ਮੈਂ ਤਾਂ ਤੁਹਾਡੇ ਦਰ ਦਾ ਕੁੱਤਾ ਹਾਂ, ਮੈਨੂੰ ਕੁੱਤਾ ਕਹੋ, ਸੁਆਨ ਕਹੋ। ਸੁਣ ਕਾਲੂ ਕੇ ਅਧਿਕ ਨਮਰਤਾ, ਸ੍ਰੀ ਹਰਗੋਬਿੰਦ ਅਧਿਕ ਕਿਰਪਾਲ। ਔਰ ਇਸ ਕਾਲੂ ਨਾਥ ਦੀ ਇੰਨੀ ਨਿਮਰਤਾ ਵੇਖ ਕੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਨੇ, ਹੋਰ ਕਿਰਪਾ ਦੇ ਘਰ ਵਿੱਚ ਆਏ, ਹੋਰ ਬਚਨ ਕੀਤੇ। ਭਏ ਪ੍ਰਸੰਨ ਦਇਓ ਵਰ ਦੀਰਘ, ਭਾਨਾਥਨ ਕੋ ਨਾਥ ਵਿਸਾਲ। ਸਤਿਗੁਰੂ ਜੀ ਨੇ ਤੀਜੀ ਵਾਰੀ ਫਿਰ ਬਚਨ ਕਰ ਦਿੱਤੇ ਕਿ ਕਾਲੂ ਨਾਥ ਜੀ ਤੁਸੀਂ ਕੇਵਲ ਨਾਥ ਹੀ ਨਹੀਂ, ਤੁਸੀਂ ਸੰਸਾਰ ਦੇ ਵਿੱਚ ਨਾਥਾਂ ਦੇ ਨਾਥ ਹੋਵੋਗੇ। ਨਾਥਾਂ ਦੇ ਵੀ ਨਾਥ ਬਚਨ ਕਹਿ ਦਿੱਤੇ।
ਸਿੱਖ ਸੇਵਕ ਮਹਿ ਬਿਦਤੇ ਮਹਿਮਾ, ਪਰੇ ਥਾਏ ਘਾਲੇ ਵੱਡ ਘਾਲ। ਕਾਲੂ ਨਾਥ ਜੀ ਤੁਸੀਂ ਘਾਲਣਾ ਘਾਲੀ ਹੈ, ਤੁਹਾਡੀ ਘਾਲਣੀ ਘਾਲੀ ਹੋਈ ਘਾਲਣਾ ਅੱਜ ਥਾਂ ਪੈ ਗਈ ਹੈ। ਕੇਵਲ ਨਗਰ ਦੇ ਜਹਾਨ ਦੇ ਸੰਸਾਰ ਦੇ ਲੋਕ ਨਹੀਂ, ਸਿੱਖ ਜਗਤ ਵਿੱਚ ਵੀ ਤੁਹਾਡੀ ਮਹਿਮਾ ਹੋਏਗੀ। ਸਿੱਖ ਸੇਵਕ ਮਹਿ ਵਧਤੇ ਮਹਿਮਾ, ਬੜੀ ਮਹਿਮਾ ਵਧੇਗੀ। ਜਿਉਂ ਜਿਉਂ ਨੰਬਰ ਅਧਿਕਤਾ ਤਿਉਂ ਤਿਉਂ ਵੱਡ ਪੁਰਖਣ ਕੀ ਹੈ ਅਸ ਚਾਲ। ਸਤਿਗੁਰੂ ਜੀ ਨੇ ਨਾਲ ਬਚਨ ਕਹਿ ਦਿੱਤੇ ਕਿ ਜਿਵੇਂ ਜਿਵੇਂ ਕਾਲੂ ਨਾਥ ਦੇ ਵਿੱਚ ਨਿਮਰਤਾ ਗੁਰੂ ਸਾਹਿਬ ਜੀ ਵੇਖਦੇ ਨੇ, ਜਿਵੇਂ ਜਿਵੇਂ ਨਿਮਰਤਾ ਵਿੱਚ ਆਉਂਦਾ ਹੈ ਗੁਰੂ ਸਾਹਿਬ ਜੀ ਉਵੇਂ ਬਖਸ਼ਿਸ਼ ਕਰੀ ਜਾਂਦੇ ਨੇ। ਵੱਡ ਪੁਰਖਣ ਕੀ ਹੈ ਅਸ ਚਾਲ, ਅਤੇ ਸ਼ਕਤੀਆਂ ਲੈ ਕੇ ਤਾਕਤਾਂ ਲੈ ਕੇ ਇਸ ਤਰ੍ਹਾਂ ਨਿਮਰਤਾ ਵਿੱਚ ਆਉਣਾ, ਇਹ ਵੱਡੇ ਮਹਾਂਪੁਰਖਾਂ ਦੀ ਚਾਲ ਹੁੰਦੀ ਹੈ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਭਗਤ। ਇਹ ਕਈ ਵਾਰੀ ਬੇਨਤੀ ਕੀਤੀ, ਭਗਤ ਡਰਪੋਕਲ ਬੰਦਾ ਨਹੀਂ ਹੁੰਦਾ ਕਿ ਜਿਹੜਾ ਲੋਕਾਂ ਤੋਂ ਡਰਦੇ ਹੱਥ ਜੋੜੀ ਜੇ। ਕੋਈ ਕੁਝ ਵੀ ਕਹੇ ਜੇ, ਜਿਹਨੂੰ ਕੋਈ ਸਮਝ ਨਾ ਹੋਏ, ਲੋਕ ਉਹ ਸਿੱਧੇ ਸਾਧੇ ਬੰਦੇ ਨੂੰ ਕਹਿ ਦਿੰਦੇ ਨੇ ਭਗਤ ਜੈ ਜੀ। ਵੀ ਭਗਤ ਕੋਈ ਚੱਲਾ ਥੋੜ੍ਹੀ ਹੁੰਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਭਗਤ ਉਹ ਜਿਹਦੇ ਕੋਲ ਤਾਕਤਾਂ ਵੀ ਨੇ, ਜਿਹਦੇ ਕੋਲ ਗਿਆਨ ਵੀ ਹੈ, ਸਮਝ ਵੀ ਹੈ, ਪਰ ਸਾਰਾ ਕੁਝ ਹੁੰਦਿਆਂ ਹੋਇਆਂ ਉਹਨੂੰ ਜਿਤਾਉਂਦਾ ਨਹੀਂ। ਤਾਣ ਹੁੰਦੇ ਹੋਏ ਨੇ ਤਾਣਾ, ਮਾਣ ਹੁੰਦੇ ਹੋਏ ਨੇ ਮਾਣਾ। ਅਣਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਉਹਨੂੰ ਭਗਤ ਕਿਹਾ ਜਾਂਦਾ। ਸਾਰੀਆਂ ਤਾਕਤਾਂ ਨੇ ਪਰ ਜਿਤਾਉਂਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਵੱਡਿਆਂ ਦੀ ਨਿਸ਼ਾਨੀਆਂ ਹੁੰਦੀਆਂ ਨੇ। ਕਰਿਓ ਬਚਨ ਜਪ ਸ੍ਰੀ ਹਰਗੋਬਿੰਦ, ਕਾਮਲ ਕਰਾਮਾਤ ਤਬ ਪਾਏ। ਕਰਾਮਾਤਾਂ ਇਹਦੇ ਕੋਲ ਪਹਿਲੋਂ ਵੀ ਸਨ। ਹੁਣ ਕਾਲੂ ਨਾਥ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਇਹਨੂੰ ਲੱਗਿਆ ਕਿ ਮੇਰੇ ਅੰਦਰ ਹੋਰ ਤਾਕਤ ਆ ਗਈਆਂ ਨੇ, ਕਰਾਮਾਤਾਂ ਦਾ ਖਜ਼ਾਨਾ ਆ ਗਿਆ। ਅਤ ਆਨੰਦ ਕਰ ਪਦ ਅਰਬਿੰਦਨ, ਬੰਧਨ ਕੇ ਨਿਸ਼ੇਸ਼ ਕੋ ਨਿਆਏ। ਇਹ ਬੜੇ ਆਨੰਦ ਵਿੱਚ ਆਇਆ। ਸਤਿਗੁਰੂ ਦੇ ਦੋਵੇਂ ਚਰਨ ਫੜ ਕੇ ਕਾਲੂ ਨਾਥ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ, ਸੀਸ ਨਵਾਇਆ। ਬਾਲਕ ਹੋ ਤੋ ਸੰਗ ਪੈ ਲਿਆਇਓ, ਤਿਸ ਤਿਸ ਦੇਖ ਗੁਰੂ ਸਮਝਾਏ ਸੁਖਦਾਏ। ਕਹਿੰਦੇ ਜਿਹੜਾ ਬੱਚਾ ਕਾਲੂ ਨਾਥ ਦੇ ਨਾਲ ਸੀ, ਘੜਾ ਚੁੱਕ ਕੇ ਲਿਆਇਆ ਸੀ ਦੁੱਧ ਦਾ। ਸਤਿਗੁਰੂ ਜੀ ਨੇ ਉਧਰ ਕਿਰਪਾ ਦੀ ਦ੍ਰਿਸ਼ਟੀ ਕੀਤੀ, ਉਸ ਬਾਲਕ ਵੱਲੇ ਵੀ ਦੇਖਿਆ। ਦੁਗਧ ਚਰੂ ਭਰ ਤਿਸ ਕੋ ਦੇਨਸ, ਕਹਿਓ ਪਾਣ ਕਰ ਬਿਲਮ ਨ ਲਾਏ। ਕਿਉਂਕਿ ਉਹ ਬਾਲਕ ਨਾਲ ਸੀ, ਦੁੱਧ ਦੇ ਛੰਨੇ ਭਰ ਭਰ ਕੇ ਸਾਰਿਆਂ ਨੂੰ ਦੇ ਰਿਹਾ ਸੀ। ਗੁਰੂ ਸਾਹਿਬ ਜੀ ਨੂੰ ਵੀ ਦਿੱਤਾ। ਗੁਰੂ ਸਾਹਿਬ ਜੀ ਨੇ ਆਪਣੇ ਉਸ ਦੁੱਧ ਦੇ ਵਿੱਚੋਂ ਇੱਕ ਚੁਲੂ ਭਰ ਦੁੱਧ ਹੱਥ ਦੇ ਉੱਤੇ, ਜਿਵੇਂ ਚੂੜਾ ਪਾਈਦਾ, ਬਾਲਕ ਨੂੰ ਕਿਹਾ ਹੱਥ ਅੱਗੇ ਕਰ, ਸਮਾਂ ਨਾ ਲਾਈ, ਬਸ ਛਕ ਜਾਈ। ਪਾਣ ਕਰ ਬਿਲਮ ਨਾ ਲਾਏ, ਬਿਨਾਂ ਦੇਰੀ ਤੈਨੂੰ ਛਕ ਜਾ। ਚੂੜਾ ਗੁਰੂ ਸਾਹਿਬ ਜੀ ਨੇ ਦਿੱਤਾ, ਉਹਨੇ ਹੱਥ ਅੱਗੇ ਕੀਤਾ, ਚੂੜਾ ਲਿਆ। ਮਾਨ ਬਾਗ ਕੋ ਪਾਣ ਕਰਿਓ ਜਬ, ਭਈ ਸ਼ਕਤ ਸਭ ਜਾਣੀ ਬਾਤ। ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹਨੇ ਦੇਰ ਨੇ ਲਾਈ, ਚੂੜਾ ਹੱਥ 'ਤੇ ਆਉਂਦਿਆਂ ਨਾਲ ਹੀ ਉਹਨੇ ਛਕ ਲਿਆ। ਬਸ ਇੱਕ ਦੁੱਧ ਦਾ ਚੂੜਾ ਛਕਣ ਦੀ ਦੇਰ ਸੀ ਕਿ ਉਹ ਬਾਲਕ ਵਿੱਚ ਵੀ ਸ਼ਕਤੀ ਆ ਗਈ ਹੈ। ਉਹਨੂੰ ਸਾਰੇ ਗੱਲਬਾਤ ਦਾ ਤਿੰਨਾਂ ਲੋਕਾਂ ਦੇ ਵਿੱਚ ਪਤਾ ਲੱਗਣ ਲੱਗ ਗਿਆ ਕਿ ਕਿੱਥੇ ਕੀ ਹੋ ਰਿਹਾ ਹੈ। ਦੇਸ਼ ਵਿਦੇਸ਼ਣ ਕੇ ਸੁਧ ਉਰ ਮੈਂ ਹੈ, ਕਰ ਬਦਰੇ ਪਲ ਤਿਮ ਬਖਿਆਤ। ਕਿ ਦੇਸ਼ ਵਿਦੇਸ਼ ਦੇ ਉਹਨੂੰ ਸਮਝ ਲੱਗ ਗਈ ਕਿ ਜਿਵੇਂ ਕੋਈ ਕਿੱਥੇ ਬੈਠਿਆ ਹੈ, ਉਹਨੂੰ ਸਾਰੀ ਇਸ ਗੱਲ ਦੀ ਸਮਝ ਲੱਗੀ। ਅਚਰਜ ਚਿਤਕਾਰ ਗੁਰਪਦ ਬੰਦੇ, ਧੰਨ ਧੰਨ ਗੁਰ ਦੀਰਘ ਦਾਤ। ਇਹ ਬਾਲਕ ਵੀ ਬੜਾ ਹੈਰਾਨ ਹੋਇਆ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਉੱਥੇ, ਕਿ ਜਿਵੇਂ ਹੱਥ ਦੇ ਉੱਤੇ ਕਹਿੰਦੇ ਨੇ ਸਰੋਂ ਜਮਾ ਦਿੱਤੀ। ਇੰਨੀਆਂ ਤਾਕਤਾਂ, ਇੰਨਾ ਗਿਆਨ। ਔਰ ਬੱਚੇ ਨੇ ਉਸੇ ਵੇਲੇ ਆਪਣਾ ਸਿਰ ਸਤਿਗੁਰੂ ਦੇ ਚਰਨਾਂ 'ਚ ਰੱਖਿਆ, ਦੋਵੇਂ ਚਰਨ ਘੁੱਟ ਕੇ ਫੜ ਲਏ ਕਿ ਸਤਿਗੁਰੂ ਜੀ ਤੁਸੀਂ ਧੰਨ ਹੋ, ਬਿਨਾਂ ਸੇਵਾ ਤੋਂ, ਬਿਨਾਂ ਘਾਲਣਾ ਤੋਂ ਐਡੀ ਵੱਡੀ ਦਾਤ ਦੇ ਦਿੱਤੀ। ਧੰਨ ਧੰਨ ਗੁਰੂ ਦੀਰਘ ਦਾਤ। ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਹਾਡੀਆਂ ਦਾਤਾਂ ਵੀ ਧੰਨ ਹੀ ਨੇ।
ਕਛਤੇ ਕਛੂ ਛਿਣਕ ਮਹਿਕੀ ਨਸ, ਕੌਣ ਕਰੇ ਸਮਤਾ ਕਿਸ ਭਾਂਤ। ਕਿ ਸਤਿਗੁਰੂ ਜੀ ਇੱਕ ਛਿਣ ਦੇ ਵਿੱਚ ਕੁਝ ਤੋਂ ਕੁਝ ਕਰ ਦਿੱਤਾ। ਇਸ ਤਰ੍ਹਾਂ ਦੇ ਆਪ ਜੀ ਦੀ ਬਰਾਬਰੀ ਕੌਣ ਕਰ ਸਕਦਾ ਹੈ। ਆਪ ਜੀ ਦੇ ਤੁੱਲ ਕੋਈ ਨਹੀਂ ਤਿੰਨਾਂ ਲੋਕਾਂ ਵਿੱਚ। ਕਾਲੂ ਜਾਣ ਲਏ ਤਿਸ ਕੇ ਗਤ, ਬੁਝਤ ਭਇਓ ਸੁਨਾਵੋ ਬਾਲ। ਉਹਦੇ ਤਾਕਤਾਂ ਹੁਣ ਕਾਲੂ ਨਾਥ ਕੋਲ ਵੀ ਪਹਿਲੋਂ ਨਾਲੋਂ ਜ਼ਿਆਦੀਆਂ ਸਨ। ਕਾਲੂ ਨਾਥ ਨੇ ਉਸ ਬੱਚੇ ਦੇ ਅੰਦਰ ਦੀ ਸਾਰੀ ਗਤੀ ਨੂੰ ਜਾਣ ਲਿਆ, ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਨਾ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਨ ਹੈ। ਅਸੀਂ ਤੇ ਸੁਣਿਆ ਸੁਣਾਇਆ ਕਹਿ ਦਿੰਦੇ ਨਾ, ਫਲਾਣਾ ਵੀ ਬ੍ਰਹਮ ਗਿਆਨੀ, ਫਲਾਣਾ ਬਾਬਾ ਜੀ ਵੀ ਬ੍ਰਹਮ ਗਿਆਨੀ। ਪਰ ਉਹ ਅਸਲ ਵਿੱਚ ਬ੍ਰਹਮ ਦਾ ਗਿਆਨ ਵੀ ਉਹਦੇ ਕੋਲ ਹੈ, ਤਾਕਤਾਂ ਵੀ ਨੇ। ਉਹਨੇ ਅੰਦਰ ਦੀ ਗਤੀ ਨੂੰ ਜਾਣ ਲਿਆ ਕਿ ਇਹ ਤਾਕਤਾਂ ਬਾਲਕ ਕੋਲ ਵੀ ਆ ਗਈਆਂ। ਗੁਰੂ ਸਾਹਿਬ ਨੇ ਇਹਦੇ 'ਤੇ ਵੀ ਕਿਰਪਾ ਕੀਤੀ। ਉਹ ਬਾਲਕ ਨੂੰ ਪੁੱਛਦਾ ਹੈ ਕਿ ਬੱਚਿਆ ਦੱਸ ਸੁਣਾ, ਅਬ ਗੁਰੂ ਦੁਤੇ ਰੂਪ ਕਿਸ ਥਲ ਹੈ, ਉੱਠੇ ਕਿਦੋਂ ਬੈਠੇ ਕਿਤ ਚਾਲ। ਕਿ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੱਚਿਆਂ ਤੂੰ ਦਰਸ਼ਨ ਕਰਨਾ, ਗੁਰੂ ਦੂਜੇ ਰੂਪ ਵਿੱਚ ਇਸ ਟਾਈਮ ਕਿੱਥੇ ਨੇ, ਉਹ ਕਿੱਥੇ ਬੈਠੇ ਹੋਏ ਨੇ ਜਾਂ ਖੜੇ ਹੋਏ ਨੇ ਜਾਂ ਕਿਹੜੀ ਥਾਂ 'ਤੇ ਨੇ। ਸਿਸ ਬੋਲਿਓ ਤੁਮ ਸੁਣੋ ਨਾਥ ਜੀ, ਅਰਬ ਵਿਲਾਇਤ ਵਿਖੇ ਕਿਰਪਾਲ। ਤੇ ਉਹ ਜਿਹੜਾ ਚੇਲਾ ਸੀ, ਬਾਲਕ ਸੀ, ਉਹ ਕਹਿੰਦਾ ਨਾਥ ਜੀ ਸੁਣੋ ਫਿਰ, ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਵਿਲਾਇਤ ਵਿੱਚ, ਅਰਬ ਦੇਸ਼ ਦੇ ਵਿੱਚ ਨੇ। ਪ੍ਰੇਮੇ ਤੁਰਕ ਗੁਰੂ ਕੋ ਮਾਨੇ, ਤਿਨ ਸਿਮਰੇ ਬਹੁ ਬਿਨਤੀ ਨਾਲ। ਅਰਬ ਦੇਸ਼ ਵਿੱਚ ਇੱਕ ਤੁਰਕ ਹੈ ਜਿਹੜਾ ਗੁਰੂ ਸਾਹਿਬ ਜੀ ਦਾ ਅਤ ਦਾ ਪ੍ਰੇਮੀ ਹੈ, ਜਿਹਨੇ ਕਦੇ ਗੁਰੂ ਸਾਹਿਬ ਜੀ ਦੇ ਪਹਿਲੋਂ ਦਰਸ਼ਨ ਨਹੀਂ ਕੀਤੇ। ਉਹ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗੁਰਤਾ ਗੱਦੀ 'ਤੇ ਜੋ ਵੀ ਨੇ, ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਦਰਸ਼ਨ ਬਖਸ਼ੋ। ਇਹ ਤੁਰਕ ਉੱਥੇ ਬੇਨਤੀਆਂ ਕਰ ਰਿਹਾ ਸੀ। ਸ੍ਰੀ ਨਾਨਕ ਗਾਦੀ ਪਰ ਜੋ ਹੈ, ਮੇਰੋ ਪ੍ਰੇਮ ਪਰਖ ਸੋ ਆਏ। ਕਿ ਜਿਹੜੇ ਵੀ ਗੁਰੂ ਹੋਣ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਮੇਰੇ ਪ੍ਰੇਮ ਨੂੰ ਵੇਖ ਕੇ, ਮੇਰੇ ਪ੍ਰੇਮ ਨੂੰ ਪਰਖ ਕੇ ਇੱਥੇ ਜ਼ਰੂਰ ਆਉਣ, ਮੈਨੂੰ ਦਰਸ਼ਨ ਦੇਣ। ਦੇ ਦਰਸ਼ਨ ਕੋ ਕਰੇ ਕਿਰਤਾਰਥ, ਕਾਮਲ ਕਰਾ ਮਾਤ ਸਮੁਦਾਏ। ਕਹਿੰਦੇ ਇਹ ਹੁੰਦੀਆਂ ਅਰਦਾਸ ਬੇਨਤੀਆਂ ਸਨ ਕਿ ਦਰਸ਼ਨ ਦੇ ਕੇ ਤੁਸੀਂ ਕਰਾਮਾਤ ਦੇ ਮਾਲਕ ਹੋ, ਸਭ ਨੂੰ ਸੁੱਖ ਬਖਸ਼ ਦਿਓ। ਤੇ ਬੱਚਾ ਕਹਿੰਦਾ ਕਿ ਸਤਿਗੁਰੂ ਜੀ ਹੁਣ ਇਸ ਵੇਲੇ ਉਸੇ ਤੁਰਕ ਨੂੰ, ਆਪਣੇ ਪਿਆਰੇ ਪ੍ਰੇਮੀ ਨੂੰ ਦਰਸ਼ਨ ਦੇ ਰਹੇ ਨੇ, ਇਸੇ ਰੂਪ ਦੇ ਵਿੱਚ ਹੀ ਦਰਸ਼ਨ ਦੇ ਰਹੇ ਨੇ, ਇਸ ਵੇਲੇ ਦਰਸ਼ਨ ਦੇ ਰਹੇ ਨੇ। ਤਹ ਤਰੋਵਰ ਕੇ ਤਰ ਠਾਂਡੇ, ਸਾਖਾ ਪਕਰੇ ਹਾਥ ਉਠਾਏ। ਔਰ ਉੱਥੇ ਗੁਰੂ ਸਾਹਿਬ ਜੀ ਇੱਕ ਸਰੋਵਰ ਦੇ ਕੰਢੇ 'ਤੇ ਖੜੇ ਹੋਏ ਨੇ, ਤੇ ਕੰਢੇ 'ਤੇ ਖਲੋ ਕੇ ਇੱਕ ਰੁੱਖ ਦੀ ਟਾਹਣੀ ਹੱਥ ਉੱਤੇ ਕਰਕੇ, ਟਾਹਣੀ ਰੁੱਖ ਦੀ ਫੜੀ ਹੋਈ ਖੜੇ ਹੋਏ ਨੇ। ਤੁਰਕ ਮਰੀਦ ਸਿਦਕ ਕੋ ਲਖ ਕਰ, ਬਿਨਾ ਬਿਲੰਬ ਪਹੁੰਚੇ ਧਾਏ। ਆਪਣੇ ਉਸ ਤੁਰਕ ਮਰੀਦ ਦੇ ਪ੍ਰੇਮੀ ਦੇ ਸਿਦਕ ਨੂੰ ਵੇਖ ਕੇ ਗੁਰੂ ਸਾਹਿਬ ਜੀ ਬਿਨਾਂ ਦੇਰ ਤੋਂ ਇਸ ਵੇਲੇ ਉੱਥੇ ਪਹੁੰਚੇ ਹੋਏ ਨੇ। ਕਾਲੂ ਬਿਸਮਿਓ ਸ਼ਿਗਰ ਲਈ ਇਨ, ਇਤੀ ਸ਼ਗਤ ਕੇ ਉਚਿਤ ਨ ਬਾਲ। ਹੁਣ ਕਾਲੂ ਨਾਥ ਵੇਖ ਕੇ ਇਸ ਬੜਾ ਹੈਰਾਨ ਹੋਇਆ ਕਿ ਬੱਚੇ ਨੇ ਤਾਕਤਾਂ ਬੜੀ ਛੇਤੀ ਲਈਆਂ ਨੇ, ਇੰਨੀਆਂ ਸ਼ਕਤੀਆਂ ਦੇ, ਇੰਨੇ ਤਾਕਤਾਂ ਦੇ ਇਹ ਹਜੇ ਲਾਇਕ ਨਹੀਂ। ਸਭ ਜਹਾਨ ਕੇ ਉਰ ਸੁਧ ਪ੍ਰਾਪਤ, ਗੁਰੂ ਦਏ ਲਖ ਕਰਮ ਨਾਲ। ਕਿ ਇਹਨੂੰ ਤੇ ਸਾਰੇ ਜਹਾਨ ਦੀ ਸੁੱਧ ਗੁਰੂ ਸਾਹਿਬ ਜੀ ਨੇ ਦੇ ਦਿੱਤੀ, ਤੇ ਗੁਰੂ ਸਾਹਿਬ ਜੀ ਨੇ ਇਹ ਸਮਝਿਆ ਕਿ ਮੇਰੇ ਨਾਲ ਨੇ ਤਾਂ ਤਾਕਤਾਂ ਦਿੱਤੀਆਂ ਨੇ। ਹੁਣ ਇਹ ਕਾਲੂ ਨਾਥ ਦੇ ਅੰਦਰ ਕਿਤੇ ਨਾ ਕਿਤੇ ਈਰਖਾ ਵੀ ਆ ਗਈ ਕਿ ਇਹਨੇ ਇੰਨੀ ਸੇਵਾ ਤੇ ਕੀਤੀ ਨਹੀਂ, ਘਾਲਣਾ ਘਾਲੀ ਕੋਈ ਨਹੀਂ, ਮੇਰੇ ਨਾਲ ਜਾਣ ਕੇ ਗੁਰੂ ਸਾਹਿਬ ਜੀ ਨੇ ਇਹਨੂੰ ਵੀ ਤਾਕਤਾਂ ਦੇ ਦਿੱਤੀਆਂ। ਤਿਸ ਕੇ ਸਿਰ ਪਰ ਨਿਜ ਕਰ ਕੋ ਧਰ, ਐਂਚੇ ਤੋਰਨ ਇਸ ਬਿਦ ਨਾਲ। ਕਾਲੂ ਨਾਥ ਨੇ ਉਸੇ ਵੇਲੇ ਬਾਲਕ ਦੇ ਬੱਚੇ 'ਤੇ ਹੱਥ ਰੱਖਿਆ, ਹੱਥ ਰੱਖ ਕੇ ਗੁਰੂ ਸਾਹਿਬ ਦੇ ਦਿੱਤੀਆਂ ਹੋਈਆਂ ਸਾਰੀਆਂ ਤਾਕਤਾਂ ਕਰਾਮਾਤਾਂ ਨੇ ਖਿੱਚ ਲਈਆਂ। ਤਾਕਤਾਂ ਦੇ ਕੋਲ ਸਨ, ਤਾਕਤਾਂ ਉਹਦੇ ਬੱਚੇ ਦੇ ਵਿੱਚੋਂ ਇਹਨੇ ਖਿੱਚ ਲਈਆਂ।
ਪੋਲ ਤੇਲ ਮਹਿ ਫੂਕ ਸੋ ਬਲ ਤੇ, ਜਲ ਕੋ ਖੈਂਚ ਲੇਤ ਤਤਕਾਲ। ਜਿਵੇਂ ਕੋਈ ਪੋਲ ਤੀਲ, ਕੋਈ ਤੀਲਾ ਹੋਵੇ ਵਿੱਚੋਂ ਮੋਰੀ ਹੋਵੇ, ਜਿਹਨੂੰ ਆਪਾਂ ਪਾਈਪ ਕਹਿ ਦਿੰਦੇ ਹਾਂ। ਪਾਣੀ ਦੇ ਵਿੱਚ ਪਾਈਪ ਪਾ ਕੇ ਕੋਈ ਮਾੜੀ ਜਿਹੀ ਫੂਕ ਮਾਰੇ ਜਾਂ ਖਿੱਚੇ, ਪਾਣੀ ਖਿੱਚ ਲੈਂਦਾ ਨਾ ਸੌਖਾ ਜਿਹਾ। ਬਸ ਕਹਿੰਦੇ ਇਵੇਂ ਇਹਨੇ ਤਾਕਤਾਂ ਖਿੱਚ ਲਈਆਂ ਬੱਚੇ ਦੇ ਵਿੱਚੋਂ ਕਿ ਇਹਦੇ ਕੋਲ ਤੇ ਨਹੀਂ ਜਾਣੀਆਂ ਚਾਹੀਦੀਆਂ। ਪੁਨ ਬੂਝਤ ਭਾ ਅਬ ਸੁਧ ਦੀਜੈ, ਬਾਲਕ ਭਣਿਓ ਨਾ ਮੈਂ ਕੁਛ ਜਾਣ। ਉਸੇ ਵੇਲੇ ਕਾਲੂਨਾਥ ਫਿਰ ਕਹਿੰਦਾ ਬੱਚਾ ਹੁਣ ਸੁਣਾ, ਕਿ ਗੁਰੂ ਸਾਹਿਬ ਜੀ ਉੱਥੇ ਹੀ ਨੇ ਕਿ ਚਲੇ ਗਏ। ਹੁਣ ਬਾਲਕ ਕਹਿੰਦਾ ਕਿ ਹੁਣ ਤਾਂ ਮੈਨੂੰ ਪਤਾ ਹੀ ਨਹੀਂ ਕੁਝ ਲੱਗਦਾ, ਹੁਣ ਤਾਂ ਮੈਨੂੰ ਬਸ ਇੱਥੋਂ ਦਾ ਪਤਾ ਹੈ ਸਤਿਗੁਰੂ ਜੀ ਸਾਹਮਣੇ ਬੈਠੇ ਨੂੰ, ਹੋਰ ਕੁਝ ਨਹੀਂ ਪਤਾ। ਸ੍ਰੀ ਹਰਗੋਬਿੰਦ ਹਿਰਦੈ ਵਿਚਾਰੇ, ਸਿਸਕੇ ਅਰਹਮ ਦਈ ਮਹਾਨ। ਔਰ ਸਤਿਗੁਰੂ ਜੀ ਜਾਣਦੇ ਨੇ ਕਿ ਤਾਕਤਾਂ ਤੇ ਅਸੀਂ ਦਿੱਤੀਆਂ, ਇਹ ਮਹਾਨ ਸ਼ਕਤੀਆਂ ਤੇ ਅਸੀਂ ਦਿੱਤੀਆਂ। ਦੇਖੋ ਕਈ ਵਾਰੀ ਬੰਦਾ ਹੁੰਦਾ ਕਿਸੇ ਦੂਸਰੇ ਨੂੰ ਰੱਬ ਦਾਤ ਦੇਵੇ ਤੇ ਉਹਦੀ ਚੜ੍ਹਦੀ ਕਲਾ ਵੇਖ ਕੇ ਆਮ ਤੌਰ ਤੇ ਹੁੰਦਾ, ਸਾਰੇ ਤੇ ਨਹੀਂ, ਵਿਰਲੇ ਟਾਵੇਂ ਛੱਡ ਕੇ ਬਾਕੀ ਆਮ ਹੀ ਹੁੰਦੇ ਨੇ ਕਿ ਇਹਨੂੰ ਜ਼ਿਆਦੀਆਂ ਕਿਉਂ ਮਿਲ ਗਿਆ, ਉਹਨੂੰ ਵੇਖ ਵੇਖ ਕੇ ਸੜਦੇ ਨੇ। ਅਸਲ ਵਿੱਚ ਉਹ ਬੰਦੇ ਤੋਂ ਨਹੀਂ ਸੜਦੇ ਹੁੰਦੇ। ਜੇ ਕਦੇ ਵਿਚਾਰ ਕਰੀਏ ਤੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਵੇਖ ਕੇ ਸੜਦੇ ਨੇ। ਵੀ ਜੇ ਰੱਬ ਨੇ ਦਿੱਤੀਆਂ ਨੇ, ਤੈਨੂੰ ਤਕਲੀਫ ਕਿਉਂ ਕਿਉਂ ਸੜਨਾ ਹੈ? ਦੇਣ ਵਾਲਾ ਤੇ ਰੱਬ ਹੈ ਨਾ। ਹੁਣ ਸਤਿਗੁਰੂ ਜੀ ਜਾਣਦੇ ਨੇ ਕਿ ਇਹ ਤਾਕਤਾਂ ਤੇ ਦਿੱਤੀਆਂ ਅਸੀਂ, ਈਰਖਾ ਵਸ ਹੋ ਕੇ ਖੋਲੀਆਂ ਕਾਲੂ ਨੇ। ਪਰ ਗੁਰੂ ਸਾਹਿਬ ਜੀ ਹੁਣ ਕਾਲੂ ਦਾ ਵੀ ਭਲਾ ਕਰਨਾ ਚਾਹੁੰਦੇ ਨੇ। ਇਹ ਤਾਕਤਾਂ ਵੀ ਬੱਚੇ ਨੂੰ ਵਾਪਸ ਦੇਣੀਆਂ ਨੇ। ਕਿਵੇਂ? ਅੱਗੇ ਢੰਗ ਤਰੀਕਾ ਵਰਤਦੇ ਨੇ। ਕਹਿੰਦੇ ਨੇ ਕਾਲ ਨ ਘਾਲੇ ਸੰਗ ਰਹਿਓ ਨਹਿ, ਅਬ ਪਰ ਕੇ ਨਿਸ਼ਚਾ ਇਸ ਥਾਨ। ਸਤਿਗੁਰੂ ਜੀ ਜਾਣਦੇ ਨੇ ਕਿ ਇਹ ਸਮਝਦਾ ਹੈ ਕਿ ਬੱਚਾ ਨਾਲ ਤੇ ਰਿਹਾ ਨਹੀਂ, ਸੇਵਾ ਤੇ ਨੇ ਕੀਤੀ ਨਹੀਂ, ਘਾਲਣਾ ਕੋਈ ਘਾਲੀ ਨਹੀਂ। ਹੁਣ ਇਹਦਾ ਵੀ ਨਿਸ਼ਚਾ ਵੇਖ ਲੈਣੇ ਤੇ ਬਾਲਕ ਦਾ ਨਿਸ਼ਚਾ ਵੀ ਪੱਕਾ ਕਰ। ਇੱਕ ਲੋਟਾ ਤਿਸ ਨਿਕਟ ਅਧਿਕ ਪ੍ਰਿਯ, ਕਿਸੂ ਦੇਸ਼ ਤੇ ਸੁੰਦਰਿਆਨ। ਇਸ ਕਾਲੂਨਾਥ ਦੇ ਕੋਲ ਇੱਕ ਲੋਟਾ ਸੀ, ਛੋਟਾ ਜਿਹਾ ਗੜਵਾ, ਤੇ ਕਿਸੇ ਦੂਰ ਦੇਸ਼ ਤੋਂ ਕਿਸੇ ਨੇ ਲਿਆ ਕੇ ਦਿੱਤਾ ਜਾਂ ਇਹਨੇ ਮੰਗਵਾਇਆ ਸੀ। ਸੋਹਣਾ ਬੜਾ ਸੀ, ਔਰ ਇਸ ਕਾਲੂਨਾਥ ਨੂੰ ਦੇ ਨਾਲ ਪ੍ਰੇਮ ਬੜਾ ਸੀ, ਉਹ ਛੋਟੇ ਜਿਹੇ ਲੋਟੇ ਦੇ ਨਾਲ। ਸੋ ਸਤਿਗੁਰੂ ਤਬ ਜਾਚਨ ਕੀ ਨਸ, ਹਮਕੋ ਦੇਹੋ ਬਣੋ ਇਹ ਚਾਰ। ਸਤਿਗੁਰੂ ਜੀ ਨੇ ਉਸ ਲੋਟੇ ਨੂੰ ਫੜ ਕੇ ਦੇਖਿਆ, ਕਹਿੰਦੇ ਕਾਲੂਨਾਥ ਬਣਿਆ ਬੜਾ ਸੋਹਣਾ ਹੈ, ਇਹ ਬੜਾ ਸੋਹਣਾ ਲੱਗਿਆ, ਲੋਟਾ ਸਾਨੂੰ ਦੇ ਦੇ। ਕਾਲੂ ਕਹਿਓ ਅਧਿਕ ਪ੍ਰਿਯ ਮੇਰੋ, ਨਿਥ ਰਾਖੋ ਸੁਧ ਭਲੇ ਸੁਧਾਰ। ਕਾਲੂਨਾਥ ਕਹਿੰਦਾ ਸਤਿਗੁਰੂ ਜੀ ਇਹ ਲੋਟਾ ਤੇ ਮੈਨੂੰ ਬੜਾ ਹੀ ਪਿਆਰਾ ਹੈ, ਇਹ ਤੇ ਜਾਨ ਨਾਲੋਂ ਵੀ ਪਿਆਰਾ ਹੈ, ਇਹਨੂੰ ਮੈਂ ਬੜਾ ਸੰਭਾਲ ਕੇ ਰੱਖਣਾ। ਇਹ ਨਹਿ ਦਿਓ ਜਾਏ ਅਬ ਮੋਤੇ, ਜੀਵਤ ਤਿਆਗ ਨ ਸਕੂੰ ਵਿਚਾਰ। ਇਹਨੇ ਜਵਾਬ ਦੇ ਦਿੱਤਾ ਸਤਿਗੁਰੂ ਜੀ ਲੋਟਾ ਤੇ ਨਹੀਂ ਦਿੱਤਾ ਜਾਣਾ, ਘੱਟੋ ਘੱਟ ਜਦੋਂ ਤੱਕ ਮੈਂ ਜਿਉਣਾ ਉਦੋਂ ਤੱਕ ਨਹੀਂ ਦਿੱਤਾ ਜਾਣਾ। ਲੋਟੇ ਸਹਿਤ ਆਪ ਕੋ ਮੈਂ ਨਿਤ, ਇਹ ਬਖਸ਼ੋ ਮਹਿ ਗੁਰੂ ਉਧਾਰ। ਜਵਾਬ ਵੀ ਦਿੱਤਾ ਪਰ ਸਿਆਣਾ ਵੀ ਸੀ, ਸਿਆਣਪ ਵੀ ਵਰਤ ਲਈ। ਸਤਿਗੁਰੂ ਜੀ ਲੋਟੇ ਦੇ ਨਾਲ ਮੈਨੂੰ ਆਪਣੇ ਕੋਲ ਰੱਖ ਲਓ, ਲੋਟੇ ਸਣੇ ਤੁਹਾਡੇ ਨਾਲ ਰਹਿ ਜਾਵਾਂਗਾ, ਪਰ ਲੋਟਾ ਨਹੀਂ ਦੇ ਸਕਦਾ, ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਬਖਸ਼ ਲਿਓ, ਆਪਣੇ ਨਾਲ ਹੀ ਰੱਖ ਲਓ, ਮੈਨੂੰ ਲੈ ਜਾਓ। ਸ੍ਰੀ ਹਰਗੋਬਿੰਦ ਲਖ ਬਹੁ ਮਮਤਾ, ਹਮ ਨਾਥਨ ਕੋ ਨਾਥ ਬਣਾਏ। ਸਤਿਗੁਰੂ ਜੀ ਨੇ ਹੁਣ ਦੇਖਿਆ ਕਿ ਇੱਕ ਲੋਟੇ ਦੇ ਨਾਲ ਇੰਨਾ ਮੋਹ, ਅਸੀਂ ਤਾਂ ਬਚਨ ਕੀਤੇ ਨੂੰ ਨਾਥਾਂ ਦਾ ਨਾਥ ਬਣਾ ਦਿੱਤਾ, ਪਰ ਇਹਦੇ ਅੰਦਰੋਂ ਜਿਹੜੀ ਮੋਹ ਹੈ, ਇਹ ਮਮਤਾ ਹੈ, ਇਹ ਨਿਕਲੀ ਨਹੀਂ। ਨਹਿ ਤੈ ਰਹਿਓ ਪ੍ਰਥਮ ਸਮ ਹੁਜੈ, ਨਹੀਂ ਬਾਕ ਮਾਨਿਓ ਮਨ ਲਿਆਏ। ਹੁਣ ਸਤਿਗੁਰੂ ਜੀ ਨੇ ਉੱਥੇ ਕਿਰਪਾ ਕੀਤੀ, ਕਹਿੰਦੇ ਤੈਨੂੰ ਨਾਥਾਂ ਦਾ ਨਾਥ ਬਣਾਇਆ, ਤੂੰ ਹੁਣ ਨਾਥਾਂ ਦਾ ਨਾਥ ਨਹੀਂ ਰਿਹਾ। ਕਿਉਂ ਜੀ? ਕਹਿੰਦੇ ਤੂੰ ਪਹਿਲਾਂ ਵਾਂਗ ਹੋ ਗਿਆ, ਬੱਚਾ ਵੀ ਪਹਿਲੋਂ ਵਾਂਗ ਹੋ ਗਿਆ ਨਾ, ਤੂੰ ਵੀ ਪਹਿਲੋਂ ਵਾਂਗ ਹੀ ਹੋ ਗਿਆ।
क्योंकि ये तो इस घर दे विच ते हुक्म मन्निया होवे प्रवान, इत्थे प्रवान होया ही तां जांदा है। साडा बचन तू मन्निया नहीं, मन विच लिआया नहीं। लई बाल ते आप भयो बड तो कहो पीना उचित इस भाए। सतगुरु कहते ने कालू नाथ पहली गल कि बालक तो तू शक्तियाँ खोलियाँ, आप होर शक्तिशाली बन गया। तो गल वो है ना कि बंदे को 36 तरह का पदार्थ है, रज भी गया है। नाल वाले को एक सुक्की रोटी वो भी वेख के बर्दाश्त नहीं हुई, वो भी चुक के अपनी थाली च रख ली। कहबे मातर गुरु के हिम ही कालू होयो सहज सुभाए। और कई बार गुरु साहब दी बख्शिशां मिलदियां ने, ये फिर जरिया नहीं जाती है। ये नितनेम पाठ पूजा इहदे विचों बरकतां मिल जांदियां ने। विरले टावे नूं मिलदियां ने, उन्हां विचों भी कोई विरला टावा जिहड़ा इन्हां नूं पचा सके, पचदियां नहीं। और गुरु साहब ने तो पावन बचन किया है, थाल विच 3 वस्तु पईओ, 7 संतोख विचारो। गुरु साहब तो रख दित्ती अगे, पर कहते जे को खावे जे को पुंचै। इनू को खा भी लवे तो खा के पचा भी लवे, प्रवान तो ही होएगा ना। पर गुरु साहब जी के बचन फिर नहीं मन्ने कालू, कहते फिर उस तरह हो गया। हृदय बसूरत बंधन करके गयो अपने थान मजार। ये झूरदा होया नमस्कार करके अपने थान ते चला गया कि इन्नियां ताकतां मिलियां सन, फिर गईयां चलियां। धरे नम्रता प्राप्त होए पुन गुर माया प्रबल उधार। पर यह गल समझ लग गई कि जे मैं निम्रता विच आया तो मैनूं ताकतां मिल गईयां, ईरखा विच आया तो चलियां गईयां। गुरु साहब जी की प्रबल शक्ति नूं ये इन्हां ते जान गया। पर मायो नह समझ सक्यो मन, इम कालू के गात विचार। असल विच माया ने इहनूं परमाया, समझ नहीं सकिया। कहते कालू की ये गत ये उत्थे अवस्था हुई। अब लो थान तहां तिस केरा, बिदत है तिस देश मझार। ते कालू नाथ दा वो टिकाणा अज भी निथाणे पिंड दे विच है, मौजूद है। तीवर कालू और है तिसकी कथा न जान। ग्राम निथाणे सो बसे पुन स्रोता सवदान। इत्थे कवि संतोख सिंह जी कहते हैं एक तीवर कालू है। ये तीवर कालू कोई होर है ते कालू नाथ कोई होर है। बस इस कथा नूं समझो कि जिहड़ा निथाणे पिंड दे विच कालू नाथ है, तीवर नाथ नहीं। इत्थे कवि संतोख सिंह जी ने यह अध्याय खत्म किया कि ग्राम निथाणे सो बसे पुन स्रोता सवधान। कि सावधान हो सके, गल नूं समझो। वो निथाणे पिंड दे विच सी और गुरु साहब जी हुण निथाणे पिंड दे विच ने। अगले अध्याय दे विच गुरु साहब जी जिवें कांगड़पुर जाणगे, ये आपां कल विचारांगे। समय के मुताबिक इतने बेनती प्रवान करनियां हुईयां भुल्लां दी खिमा। आओ एक दो बारी रसना नूं करिए पवित्र जी, फिर समाप्ति है। वाहेगुरु 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 वाहेगुरु। वाहेगुरु वाहेगुरु।